ਸਕਾਈ ਨਿਊਜ਼ ਪੰਜਾਬ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ। ਸਵਾਗਤ ਹੈ ਤੁਹਾਡਾ ਅੱਜ ਦੇ ਸਾਡੇ ਇਸ ਖਾਸ ਪ੍ਰੋਗਰਾਮ ਫਲਾਈ ਵਿਦ ਸਕਾਈ ਦੇ ਵਿੱਚ। ਤਾਂ ਜੋ ਐਸਪੀਰੈਂਟਸ ਇਸ ਵੇਲੇ ਵਿਦੇਸ਼ ਜਾਣਾ ਚਾਹੁੰਦੇ ਨੇ, ਉੱਥੇ ਜਾ ਕੇ ਹਾਇਰ ਸਟੱਡੀਜ਼ ਕਰਨਾ ਚਾਹੁੰਦੇ ਨੇ, ਤਾਂ ਉਹਨਾਂ ਦੇ ਲਈ ਗੁੱਡ ਨਿਊਜ਼ ਹੈ ਕਿ ਹੁਣ ਆਸਟ੍ਰੇਲੀਆ ਨੇ ਆਪਣੇ ਦਰਵਾਜ਼ੇ ਖੋਲ ਦਿੱਤੇ ਨੇ। ਜੀ ਹਾਂ, ਕਰੋਨਾ ਤੋਂ ਬਾਅਦ 2 ਸਾਲਾਂ ਤੋਂ ਬਾਅਦ ਜੋ ਆਸਟ੍ਰੇਲੀਆ ਨੇ ਆਪਣੇ ਦਰਵਾਜ਼ੇ ਖੋਲੇ ਨੇ, ਤਾਂ ਇਸ ਦੇ ਲਈ ਕੀ ਪ੍ਰੋਸੈਸ ਹੈ, ਕੀ ਇਸ ਦੇ ਵਿੱਚ ਚੇਂਜਸ ਆਏ ਨੇ, ਉਹ ਸਾਰੀ ਜਾਣਕਾਰੀ ਅਸੀਂ ਲਵਾਂਗੇ। ਸਾਡੇ ਨਾਲ ਇਸ ਵੇਲੇ ਸਟੂਡੀਓ ਦੇ ਵਿੱਚ ਮੌਜੂਦ ਨੇ ਗਲੋਬਲ ਪ੍ਰੈਜ਼ੈਂਸ ਦੇ ਇਮੀਗ੍ਰੇਸ਼ਨ ਐਕਸਪਰਟ ਬਿਸਮਨ ਸਿੰਘ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਬਹੁਤ-ਬਹੁਤ ਸਵਾਗਤ ਹੈ ਸਰ ਤੁਹਾਡਾ ਸਾਡੇ ਇਸ ਖਾਸ ਪ੍ਰੋਗਰਾਮ ਫਲਾਈ ਵਿਦ ਸਕਾਈ ਦੇ ਵਿੱਚ। ਮੇਰੇ ਵੱਲੋਂ ਤੇ ਗਲੋਬਲ ਪ੍ਰੈਜ਼ੈਂਸ ਦੀ ਪੂਰੀ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਜਸਪ੍ਰੀਤ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਨੂੰ ਬੁਲਾਉਣ ਲਈ। ਆਪਾਂ ਆਸਟ੍ਰੇਲੀਆ ਦੇ ਬਾਰੇ ਮੈਡਮ ਅੱਜ ਗੱਲ ਕਰਾਂਗੇ। ਤੇ ਪਹਿਲਾਂ ਜਿੰਨੇ ਵੀ ਸ਼ੋਅ ਆਪਾਂ ਕੀਤੇ ਹੈ, ਜੋ ਵੀ ਪੋਸਟਾਂ ਪਾਉਂਦੇ ਰਹੇ ਪਿਛਲੇ 1.5 ਸਾਲ ਤੋਂ, ਉਹ ਪੋਸਟ ਸਾਰੀ ਦੀ ਸਾਰੀ ਹੁੰਦੀ ਸੀਗੀ ਕੈਨੇਡਾ ਦੇ ਲਈ। ਹੁਣ ਚੰਗੀ ਖਬਰ ਹੈ, 2 ਸਾਲ ਤੋਂ ਬਾਅਦ ਆਸਟ੍ਰੇਲੀਆ ਨੇ ਆਪ ਦੇ ਦਰਵਾਜ਼ੇ ਫਿਰ ਖੋਲ੍ਹਤੇ ਆ। ਹੁਣ ਜਿੰਨੇ ਵੀ ਬੱਚੇ ਆਸਟ੍ਰੇਲੀਆ ਪੜ੍ਹਨਾ ਚਾਹੁੰਦੇ ਹੈ, ਜਿਨ੍ਹਾਂ ਬੱਚਿਆਂ ਦੀ ਕੈਨੇਡਾ ਵਿੱਚ ਰਿਜੈਕਸ਼ਨ ਆਈ ਹੈ, UK ਵਿੱਚ ਰਿਜੈਕਸ਼ਨ ਆਈ ਹੈ, ਜਾਂ ਤੁਸੀਂ ਵੇਟ ਕਰ ਰਹੇ ਸੀ ਕਿ ਕਦੋਂ ਆਸਟ੍ਰੇਲੀਆ ਆਪ ਦੇ ਦਰਵਾਜ਼ੇ ਖੁੱਲ੍ਹੇ ਤੇ ਅਸੀਂ ਅਪਲਾਈ ਕਰੀਏ। ਸੋ ਹੁਣ ਜਿੰਨੇ ਵੀ ਬੱਚੇ ਜਿਨ੍ਹਾਂ ਨੇ 2017, 18, 19, 20, 21 ਵਿੱਚ 12ਵੀਂ ਪਾਸ ਕੀਤੀ ਹੈ ਜਾਂ ਬੈਚਲਰ ਡਿਗਰੀ ਪਾਸ ਕੀਤੀ ਹੈ, ਉਹ ਸਾਰੇ ਦੇ ਸਾਰੇ ਜਿਹੜੇ ਐਪਲੀਕੈਂਟਸ ਹੈ ਹੁਣ ਅਪਲਾਈ ਕਰ ਸਕਦੇ ਸਟੂਡੈਂਟ ਵੀਜ਼ਾ ਲਈ। ਪਲੱਸ ਹੁਣ ਅੱਗੇ ਇਹ ਵੀ ਦੱਸਣਾ ਚਾਹਾਂਗੇ ਤੁਹਾਨੂੰ ਕਿ ਜਿਹੜੇ ਐਪਲੀਕੈਂਟਸ ਜਿਹੜੇ PR ਲਈ ਅਪਲਾਈ ਕਰਨਾ ਚਾਹੁੰਦੇ ਸੀ, ਜਿਨ੍ਹਾਂ ਦੀ ਐਪਲੀਕੇਸ਼ਨਸ ਪੈਂਡਿੰਗ ਚੱਲ ਰਹੀ ਸੀ, ਸਕਿੱਲ ਅਸੈਸਮੈਂਟ ਕਰਾ ਕੇ ਬੈਠੇ ਸੀ, ਉਹ ਵੀ ਹੁਣ ਆਪ ਦੇ ਸਟੇਟ ਨੋਮੀਨੇਸ਼ਨ ਲੈ ਕੇ ਆਪ ਦਾ ਪੂਰੇ ਪਰਿਵਾਰ ਨਾਲ PR ਲੈਣ ਦਾ ਸੁਪਨਾ ਪੂਰਾ ਕਰ ਸਕਦੇ ਆ ਜੀ। ਤਾਂ ਮੇਰਾ ਸਵਾਲ ਇਹ ਹੈ ਕਿ ਜੋ ਕਰੋਨਾ ਤੋਂ ਬਾਅਦ ਮੁੜ ਤੋਂ ਆਸਟ੍ਰੇਲੀਆ ਨੇ ਆਪਣੇ ਦਰਵਾਜ਼ੇ ਖੋਲ੍ਹੇ ਨੇ, ਤਾਂ ਇਸ ਦੇ ਵਿੱਚ ਪ੍ਰੋਸੈਸ ਦੇ ਵਿੱਚ ਕੋਈ ਡਿਫਰੈਂਸ ਆਇਆ ਹੈ ਜਾਂ ਫਿਰ ਕੀ ਚੇਂਜਸ ਨੇ ਪਹਿਲਾਂ ਨਾਲੋਂ ਤੇ ਹੁਣ ਨਾਲੋਂ? ਜਸਪ੍ਰੀਤ ਜੀ, ਪਹਿਲੀ ਗੱਲ ਤਾਂ 1 ਦਸੰਬਰ ਤੋਂ ਜਿਹੜੇ ਇਹਨਾਂ ਨੇ ਅਨਾਊਂਸ ਕਰਤੇ ਕਿ ਬਾਰਡਰ ਆਪ ਦੇ ਖੋਲ੍ਹ ਰਹੇ ਹੈ। ਸੋ ਬਾਰਡਰਸ ਖੋਲ੍ਹਣ ਨਾਲ ਕੀ ਹੋਇਆ ਕਿ ਜਿਹੜੇ ਬੱਚੇ ਜਿਨ੍ਹਾਂ ਦੇ ਪਹਿਲਾਂ ਸਟੂਡੈਂਟ ਵੀਜ਼ਾ ਲੱਗੇ ਹੋਏ ਸੀਗੇ, ਜਾਂ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਸੀਗਾ, ਡਿਸੀਜਨ ਨੂੰ ਵੇਟ ਕਰਦੇ ਸੀ, ਜਾਂ ਜਿਨ੍ਹਾਂ ਨੇ ਆਨਲਾਈਨ ਸਟੱਡੀ ਸ਼ੁਰੂ ਕਰ ਲਈ ਸੀਗੀ, ਉਹ ਹੁਣ ਟਰੈਵਲ ਕਰ ਸਕਣਗੇ। ਜਿਹੜੇ ਬੱਚੇ 485 ਵੀਜ਼ਾ, ਜਿਹਨੂੰ ਆਪਾਂ ਸਬ ਕਲਾਸ 485 ਕਹਿੰਦੇ ਹਾਂ, ਆਫਟਰ ਪੋਸਟ ਸਟੱਡੀ ਵਰਕ ਪਰਮਿਟ 'ਤੇ ਜਦੋਂ ਬੱਚਾ ਜਾਂਦਾ ਉਹਨੂੰ 485 ਵੀਜ਼ਾ ਕਿਹਾ ਜਾਂਦਾ। ਸੋ ਉਹ 485 ਵਾਲੇ ਬੱਚੇ ਜਿਹੜੇ ਕਰੋਨਾ ਦੇ ਵਿੱਚ ਜਾਂ ਕਰੋਨਾ ਤੋਂ ਪਹਿਲਾਂ, ਕੋਵਿਡ ਸ਼ੁਰੂ ਹੋਣ ਤੋਂ ਪਹਿਲਾਂ ਜਿਹੜੇ ਇੰਡੀਆ ਆ ਗਏ ਸੀ ਕਿਤੇ ਮੁੜ ਕੇ ਨਹੀਂ ਜਾ ਸਕੇ ਵਾਪਸ, ਉਹਨਾਂ ਲਈ ਵੀ ਇੱਕ ਚੰਗੀ ਖਬਰ ਹੈ। ਉਹਨਾਂ ਲਈ ਵੀ ਇੱਕ ਅਨਾਊਂਸਮੈਂਟ ਆਸਟ੍ਰੇਲੀਆ ਨੇ ਕੀਤੀ ਹੈ। ਉਹ ਅਨਾਊਂਸਮੈਂਟ ਇੰਨੀ ਚੰਗੀ ਹੈ ਕਿ ਜਿਹੜੇ ਬੱਚਿਆਂ ਦੇ ਵੀਜ਼ੇ ਖਤਮ ਹੋ ਗਏ ਸੀਗੇ, ਵੈਲਿਡਿਟੀ ਖਤਮ ਹੋ ਗਈ ਸੀ, ਉਹਨਾਂ ਨੂੰ ਵੀ ਉਹਨਾਂ ਨੇ ਕਿਹਾ ਕਿ ਵੀਜ਼ਾ ਤੁਸੀਂ ਰਿਪਲੇਸਮੈਂਟ ਵੀਜ਼ਾ ਅਪਲਾਈ ਕਰ ਸਕਦੇ ਹੋ, ਕਿ ਜਿਹਦੇ ਨਾਲ ਤੁਹਾਨੂੰ ਜਿੰਨਾ ਕੁ ਟਾਈਮ ਤੁਹਾਡਾ ਵੇਸਟ ਹੋਇਆ ਉਹ ਤੁਸੀਂ ਆਸਟ੍ਰੇਲੀਆ ਆ ਕੇ ਆਪ ਦਾ ਟਾਈਮ ਦੁਬਾਰਾ ਤੁਸੀਂ ਸਪੈਂਡ ਕਰ ਸਕਦੇ ਹੋ, ਆਪ ਦਾ ਕੰਮ ਕਰ ਸਕਦੇ ਹੋ। ਜੇ ਮੁੜ ਕੇ ਜੇ ਤੁਸੀਂ ਆਪ ਦੁਬਾਰਾ ਪੜ੍ਹਾਈ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਤੁਸੀਂ ਕਰ ਸਕਦੇ ਹੋ। ਸੋ ਇਹ ਬਾਰਡਰ ਖੁੱਲ੍ਹਣ ਤੋਂ ਬਾਅਦ ਆਪਸ਼ਨਸ ਸਾਰੇ ਸਬ ਕਲਾਸਿਸ, ਸਾਰੇ ਸਟਰੀਮਸ ਲਈ ਸਾਰੇ ਆਪਸ਼ਨਸ ਹੁਣ ਖੁੱਲ੍ਹ ਜਾਣੇ ਹੈ ਜੀ। ਤਾਂ ਹੁਣ ਮਤਲਬ ਕੋਈ ਵੀ ਹੋਵੇ, ਭਾਵੇਂ ਉਹ ਸਟੂਡੈਂਟ ਵੀਜ਼ਾ 'ਤੇ ਜਾਣਾ ਚਾਹੁੰਦਾ ਹੋਵੇ, ਟੂਰਿਸਟ ਵੀਜ਼ਾ 'ਤੇ ਜਾਣਾ ਚਾਹੁੰਦਾ ਹੋਵੇ, ਜਾਂ ਫਿਰ ਇੱਥੇ ਕਰੋਨਾ ਕਰਕੇ ਇੱਥੇ ਫਸਿਆ ਹੋਵੇ, ਤਾਂ ਕੋਈ ਵੀ ਜਿਹੜਾ ਹੁਣ ਜਾ ਸਕਦਾ। ਬਿਲਕੁਲ ਜੀ, ਬਿਲਕੁਲ। ਜਦ ਦਰਵਾਜ਼ੇ ਹੀ ਖੋਲਤੇ ਹੈ, ਫਲਾਈਟ ਸ਼ੁਰੂ ਹੋ ਗਈ ਹੈ, ਸੋ ਸਾਰੇ ਦੇ ਸਾਰੇ ਜਾ ਸਕਦੇ। ਦੇਖੋ, ਸਟੈਪ ਬਾਏ ਸਟੈਪ ਸਾਰੀ ਚੀਜ਼ਾਂ ਹੋ ਰਹੀਆਂ। ਆਪਾਂ ਪਹਿਲਾਂ ਵੀ ਕਹਿੰਦੇ ਰਹੇ, ਭਾਵੇਂ ਉਹ ਕੈਨੇਡਾ ਹੈ, ਭਾਵੇਂ ਆਸਟ੍ਰੇਲੀਆ ਹੈ, ਭਾਵੇਂ UK ਹੈ, ਫੇਜ਼ਸ ਵਿੱਚ ਖੁੱਲੂਗਾ। ਫੇਜ਼ਸ ਵਿੱਚ ਇਹਨਾਂ ਨੇ ਆਪ ਦੇ ਬਾਰਡਰਸ ਓਪਨ ਕਰਨੇ ਹੈ। ਸਭ ਤੋਂ ਪਹਿਲਾਂ ਉਹਨਾਂ ਨੇ ਆਪ ਦੇ ਜਿਹੜੇ ਸਿਟੀਜ਼ਨਸ ਨੇ ਜਾਂ PR ਹੋਲਡਰਸ ਨੇ, ਰੈਜ਼ੀਡੈਂਟਸ ਨੇ, ਉਹਨਾਂ ਨੂੰ ਬੁਲਾਉਣਾ ਸ਼ੁਰੂ ਕੀਤਾ। ਉਹਨਾਂ ਨੇ ਵਾਪਸ ਉਹ ਹੁਣ ਜਾ ਸਕਦੇ ਨੇ ਉੱਥੇ, ਜੋ ਵੀ ਉਹਨਾਂ ਦੇ ਕੁਆਰੰਟਾਈਨ ਦੇ ਜਿੰਨੇ ਵੀ ਉਹਨਾਂ ਨੇ ਪ੍ਰੀ ਰਿਕੁਇਜ਼ਿਟਸ ਜਿਹੜੇ ਪਾਏ ਹੈ, ਜੋ ਉਹਨਾਂ ਨੇ ਪਾਇਆ ਕਿ ਜੇ 15 ਦਿਨ ਦਾ ਕੁਆਰੰਟਾਈਨ ਹੈ ਜਾਂ ਤੁਸੀਂ ਫੁੱਲੀ ਵੈਕਸੀਨੇਟਡ ਹੋਣੇ ਚਾਹੀਦੇ ਹੋ, ਉਹ ਜਿੰਨੇ ਵੀ ਸਪੈਸੀਫਿਕੇਸ਼ਨਸ ਹੈ, ਉਹ ਜੇ ਤੁਸੀਂ ਉਹਨੂੰ ਮੈਚ ਕਰਦੇ ਹੋ, ਮੀਟ ਕਰਦੇ ਹੋ, ਤਾਂ ਤੁਸੀਂ ਵਾਪਸ ਜਾ ਸਕਦੇ ਹੋ। ਅਤੇ ਲੋਕਾਂ ਨੇ ਹੁਣ ਜਾਣਾ ਵੀ ਸ਼ੁਰੂ ਕਰ ਦਿੱਤਾ ਜੀ। ਤਾਂ ਮੇਰਾ ਅਗਲਾ ਸਵਾਲ ਇਹ ਹੈ ਕਿ ਜੋ ਸਟੂਡੈਂਟਸ ਹੋਣ ਜਾਂ ਫਿਰ ਮਤਲਬ ਉਹ ਕੈਨੇਡਾ ਨੂੰ ਛੱਡ ਕੇ, ਅਮਰੀਕਾ ਨੂੰ ਛੱਡ ਕੇ ਆਸਟ੍ਰੇਲੀਆ ਨੂੰ ਜ਼ਿਆਦਾ ਪ੍ਰੈਫਰ ਕਰਦੇ ਨੇ। ਆਸਟ੍ਰੇਲੀਆ ਦੀ ਆਪ ਦੀ ਮਾਰਕੀਟ ਹੈ। ਆਸਟ੍ਰੇਲੀਆ ਜਿਹੜੇ ਪੜ੍ਹਨਾ ਚਾਹੁੰਦੇ ਆ, ਆਸਟ੍ਰੇਲੀਆ ਕੈਨੇਡਾ, ਦੇਖੋ ਜੇ ਆਪਾਂ ਕੰਪੇਅਰ ਕਰੀਏ ਤਾਂ ਕੰਪੈਰੀਜ਼ਨ ਕਰਨ ਨੂੰ ਬਹੁਤ ਚੀਜ਼ਾਂ ਨੇ। ਜੇ ਮਿਨੀਮਮ ਵੇਜ ਦੀ ਆਪਾਂ ਗੱਲ ਕਰੀਏ ਤਾਂ ਕੈਨੇਡਾ ਵਿੱਚ ਮਿਨੀਮਮ ਵੇਜ ਸਟੂਡੈਂਟਸ ਲਈ ਉਹ ਘੱਟ ਹੈ ਐਜ਼ ਕੰਪੇਅਰ ਟੂ ਆਸਟ੍ਰੇਲੀਆ। ਆਸਟ੍ਰੇਲੀਆ ਦੀ ਮਿਨੀਮਮ ਵੇਜ ਸ਼ੁਰੂ ਤੋਂ ਹੀ ਜ਼ਿਆਦਾ ਰਹੀ ਹੈ। ਸੋ ਇਸ ਕਰਕੇ ਐਂਡ ਸਟੈਂਡਰਡ ਆਫ ਲਿਵਿੰਗ ਵੀ ਥੋੜ੍ਹਾ ਡਿਫਰੈਂਟ ਹੈ। ਮੈਂ ਨਹੀਂ ਕਹਿੰਦਾ ਕਿ ਕੈਨੇਡਾ ਮਾੜਾ ਹੈ ਜਾਂ ਆਸਟ੍ਰੇਲੀਆ ਬਹੁਤ ਵਧੀਆ ਹੈ, ਇੱਦਾਂ ਦੀ ਗੱਲ ਨਹੀਂ ਹੈਗੀ। ਆਸਟ੍ਰੇਲੀਆ ਆਪ ਦੀ ਜਗ੍ਹਾ 'ਤੇ ਹੈ, ਪਰ ਆਸਟ੍ਰੇਲੀਆ ਸ਼ੁਰੂ ਤੋਂ ਜਿਹੜਾ ਇੱਕ ਗੜ੍ਹ ਪਹਿਲਾਂ ਵੀ ਮੰਨਿਆ ਗਿਆ ਹੈ, ਉਹ ਗੜ੍ਹ ਇਸ ਕਰਕੇ ਮੰਨਿਆ ਗਿਆ ਕਿ ਉੱਥੇ ਸਕਿਲਡ ਵੀਜ਼ਾ ਦੀ ਜਿਹੜੀ ਰਿਕੁਆਇਰਮੈਂਟ ਹੈ ਉਹ ਹਰ ਸਾਲ ਵੱਧਦੀ ਹੈ, ਘਟੀ ਕਦੇ ਵੀ ਨਹੀਂ। ਉੱਦਾਂ ਹੀ ਜੇ ਤੁਸੀਂ
ਸਟੂਡੈਂਟ ਹੋ, ਜੇ ਤੁਸੀਂ ਆਪ ਦਾ ਕੋਰਸ ਉੱਤੇ ਖਤਮ ਕੀਤਾ ਹੈ ਤੇ ਆਪ ਦੀ ਫੀਲਡ ਵਿੱਚ ਕੰਮ ਕੀਤਾ ਹੈ, ਤੇ ਉਹ ਜੇ ਸਕਿਲਡ ਵਰਕਰਸ ਨੂੰ ਆਸਟ੍ਰੇਲੀਆ ਬਹੁਤ ਪ੍ਰੈਫਰੈਂਸ ਦਿੰਦੀ ਹੈ। ਔਰ ਇਹੀ ਚੀਜ਼ ਆਪਾਂ ਇਹ ਕੋਵਿਡ ਦੇ ਵਿੱਚ ਸਿੱਖੀ ਹੈ ਤੇ ਦੇਖੀ ਹੈ। ਜਿਨ੍ਹਾਂ ਬੱਚਿਆਂ ਨੇ ਉੱਥੇ ਪੜ੍ਹਾਈ ਪੂਰੀ ਕੀਤੀ ਹੈ ਉਹਨਾਂ ਨੂੰ ਫਰਸਟ ਪ੍ਰੈਫਰੈਂਸ ਦਿੱਤੀ ਜਾ ਰਹੀ ਹੈ ਅੱਜ ਦੀ ਡੇਟ ਵਿੱਚ ਕਿ ਉਹ ਉੱਥੇ ਦੀ ਪਰਮਨੈਂਟ ਰੈਜ਼ੀਡੈਂਸੀ ਲਈ ਅਪਲਾਈ ਕਰ ਸਕਦੇ ਆ ਜੀ। ਤੇ ਹੁਣ ਜੇਕਰ ਮੈਂ ਗੱਲ ਕਰਾਂ ਕਿ ਮੁੜ ਤੋਂ ਓਪਨ ਹੋਣ ਜਾ ਰਿਹਾ ਸਾਰਾ ਕੁਝ, ਤੇ ਹੁਣ ਕੀ ਉਮੀਦ ਹੈ ਕਿ ਵੀਜ਼ਾਸ ਵਧਣਗੇ ਜਾਂ ਘਟਣਗੇ, ਕੀ ਪ੍ਰੋਸੈਸ ਹੋ ਸਕਦਾ है? सी फेब इनटेक ਦੇ ਲਈ ਦਾਖਲੇ ਸ਼ੁਰੂ ਕਰਤੇ हैं, ऑफर लेटर्स आनी शुरू हो गई हैं एंड फीस पे करके अपनी COE अप्लाई करके लेके तुसी वीज़ा अप्लाई करके हुण तुसी ट्रैवल भी कर सकते हो। सो सब तो इंपॉर्टेंट जिहड़ी गल है जिहड़ी आपां अज करांगे वो है फैब इनटेक 2022 ਦਾ। उस इनटेक ਦੇ ਵਿੱਚ ਦਾਖਲੇ ਸ਼ੁਰੂ ਹੋ ਗਏ ਹੈ। 2017 18 19 20 21 ਪਾਸ ਆਊਟ, ਜਾਂ ਜੇ ਕੋਈ ਉਸ ਤੋਂ ਪਹਿਲਾਂ ਦਾ ਵੀ ਪਾਸ ਆਊਟ ਹੈ ਤੇ ਉਸ ਤੋਂ ਬਾਅਦ ਉਹਨਾਂ ਕੋਲੇ ਐਕਸਪੀਰੀਅੰਸ, ਵੈਲਿਡ ਐਕਸਪੀਰੀਅੰਸ ਹੈ ਐਂਡ ਉਸ ਐਕਸਪੀਰੀਅੰਸ ਦੀ ਉਸ ਗੈਪ ਜਸਟੀਫਿਕੇਸ਼ਨ ਦੇ ਲਈ ਸਾਡੇ ਕੋਲ ਡਾਕੂਮੈਂਟਸ ਨੇ ਤੇ ਤੁਸੀਂ ਅਪਲਾਈ ਕਰ ਸਕਦੇ ਹੋ, ਵੀਜ਼ਾ ਲੈ ਸਕਦੇ ਹੋ। ਸਭ ਤੋਂ ਵੱਡਾ ਜਿਹੜਾ ਮੈਂ ਇੱਕ ਪਲੱਸ ਪੁਆਇੰਟ ਸਾਰਿਆਂ ਨੂੰ ਦੱਸਾਂਗਾ, ਵੈਸੇ ਲੋਕਾਂ ਨੂੰ ਪਤਾ ਬਟ ਇੱਕ ਵਾਰੀ ਦੱਸਣਾ ਵੀ ਜ਼ਰੂਰੀ ਹੈ ਕਿ ਕੈਨੇਡਾ ਵਿੱਚ ਜਦੋਂ ਆਪਾਂ ਅਪਲਾਈ ਕਰਦੇ ਹਾਂ ਆਪਾਂ ਸਪਾਊਸ ਦੀ ਐਪਲੀਕੇਸ਼ਨ ਨਾਲ ਨਹੀਂ ਲਾਉਂਦੇ। ਉਹ ਇਸ ਕਰਕੇ ਕਿ ਬੱਚੇ ਦਾ ਪਹਿਲਾਂ ਆਪ ਦਾ ਵੀਜ਼ਾ ਆਪਾਂ ਸਿਕਿਉਰ ਕਰੀਏ, ਉਸ ਤੋਂ ਬਾਅਦ ਇੱਕ ਸਮੈਸਟਰ ਤੋਂ ਬਾਅਦ ਆਪਾਂ ਜੋ ਲੋਕਾਂ ਨੂੰ ਗਾਈਡ ਕਰਦੇ ਹਾਂ ਕਿ ਆਪਾਂ ਸਪਾਊਸ ਦਾ ਵੀਜ਼ਾ ਅਪਲਾਈ ਕਰਾਂਗੇ, ਭਾਵੇਂ ਉਹ ਮੇਲ ਸਪਾਊਸ ਹੈ ਭਾਵੇਂ ਉਹ ਫੀਮੇਲ ਸਪਾਊਸ ਹੈ। ਬਟ ਆਸਟ੍ਰੇਲੀਆ ਜਦੋਂ ਆਪਾਂ ਅਪਲਾਈ ਕਰਦੇ ਹਾਂ ਉਹਦੇ ਵਿੱਚ ਜੇ ਤੁਸੀਂ ਮੈਰਿਡ ਹੋ, ਤੁਹਾਡੇ ਸਪਾਊਸ ਬੱਚੇ ਨਾਲ ਤੁਹਾਡੇ ਨਾਲ ਜਾ ਸਕਦੇ, ਉਹਨਾਂ ਦਾ ਵੀਜ਼ਾ ਨਾਲ ਹੀ ਅਪਲਾਈ ਹੁੰਦਾ ਤੇ ਨਾਲ ਹੀ ਵੀਜ਼ਾ ਆਉਂਦਾ। ਤਾਂ ਮੇਰਾ ਅਗਲਾ ਸਵਾਲ ਇਸ ਦੇ ਰਿਲੇਟਡ ਇਹ ਹੈ ਕਿ ਅਕੈਡਮਿਕਸ ਔਰ ਆਇਲਸ PT ਹੋ ਗਏ, ਇਹਦੇ ਵਿੱਚ ਕਿੰਨੇ ਸਕੋਰ ਚਾਹੀਦੇ ਹੋਣਗੇ ਕਿ ਜੇਕਰ ਕੋਈ ਜਾਣਾ ਚਾਹੁੰਦਾ ਹੈ? ਆਪਾਂ ਬਹੁਤ ਐਡਵਰਟਾਈਜ਼ਮੈਂਟਸ ਦੇਖ ਰਹੇ ਹਾਂ, ਬਹੁਤ ਐਡਸ ਚੱਲ ਰਹੀਆਂ, ਉਹ ਲੋਕ ਕਹਿੰਦੇ ਕਿ 5.5 ਬੈਂਡ ਨਾਲ ਵੀ ਆਪਾਂ ਅਪਲਾਈ ਕਰਾਂਗੇ। ਦੇਖੋ ਇੱਕ ਮੋਡਿਊਲ ਵਿੱਚ 5.5 ਬੈਂਡ ਹੋਵੇ ਬਿਲਕੁਲ ਅਪਲਾਈ ਕਰ ਸਕਦੇ ਹਾਂ, ਵੀਜ਼ਾ ਲਿਆ ਵੀ ਜਾ ਸਕਦਾ, ਵੀਜ਼ਾ ਆ ਵੀ ਰਹੇ ਹੈ। ਬਟ ਜੇ ਤੁਸੀਂ ਕਹੋ ਕਿ 2 ਵਿੱਚ 5.5 ਜਾਂ 5 ਬੈਂਡ ਹੈ, ਉਹਦੇ ਨਾਲ ਮੈਨੂੰ ਲੱਗਦਾ ਉਹ ਕੇਸ ਬਹੁਤ ਹੀ ਵੀਕ ਹੋ ਜਾਂਦਾ ਹੈ ਤੇ ਇਹੋ ਜਿਹੇ ਕੇਸਿਸ ਨੂੰ ਸਾਨੂੰ ਅਵੋਇਡ ਕਰਨਾ ਚਾਹੀਦਾ। ਆਪਦੇ ਲੈਂਗੁਏਜ ਐਬਿਲਿਟੀ ਸਕੋਰ, ਆਇਲਸ PT TOEFL, ਇਹ ਜਿਹੜੇ ਵੀ ਲੈਂਗੁਏਜ ਐਬਿਲਿਟੀ ਪੇਪਰਸ ਹੈ ਜਿਹੜੇ ਆਪਾਂ ਦੇ ਸਕਦੇ ਹਾਂ, ਤੁਸੀਂ ਉਹ ਦੇ ਕੇ ਜੇ ਮਿਨੀਮਮ 6 ਚ ਲੈਂਦੇ ਹੋ ਜਾਂ 6.5 7 ਬੈਂਡ, ਉਸ ਤੋਂ ਉੱਤੇ ਜਿੰਨੇ ਵੀ ਤੁਸੀਂ ਸਕੋਰ ਕਰ ਸਕਦੇ ਹੋ ਤੁਸੀਂ ਕਰੋ ਤੇ ਵੀਜ਼ਾ ਦੀ ਪ੍ਰੋਬੇਬਿਲਿਟੀ ਉਨੀ ਕੀ ਵਧੂਗੀ। ਜਿੰਨਾ ਤੁਹਾਡਾ ਬੈਂਡ ਸਕੋਰ ਘੱਟ ਹੋਊਗਾ, ਦੇਖੋ ਫਰਸਟ ਲੈਂਗੁਏਜ ਉਸ ਕੰਟਰੀ ਦੀ ਇੰਗਲਿਸ਼ ਹੈ, ਸੋ ਜੇ ਆਪਾਂ ਇੰਗਲਿਸ਼ ਦੇ ਪੇਪਰ 'ਚ, ਇੰਗਲਿਸ਼ ਦੇ ਇੱਕ ਲੈਂਗੁਏਜ ਐਬਿਲਿਟੀ ਟੈਸਟ ਦੇ ਵਿੱਚ ਹੀ ਜੇ ਸਾਡੇ ਸਕੋਰ ਹੀ ਨਹੀਂ ਆਉਣਗੇ ਤੇ ਸਾਨੂੰ ਪ੍ਰਾਇਰਟੀ ਘੱਟ ਦਿੱਤੀ ਜਾਊਗੀ। ਤੇ ਜੇ ਅਸੀਂ ਸਕੋਰ 6.5 7 ਕਰਦੇ, ਮਿਨੀਮਮ ਜੇ 6 ਚ ਤੁਸੀਂ ਕਰਦੇ ਹੋ ਤੇ ਮੇਰੇ ਹਿਸਾਬ ਨਾਲ ਉਹ ਇੱਕ ਬਹੁਤ ਹੀ ਵਧੀਆ ਐਪਲੀਕੇਸ਼ਨ ਬਣਦੀ ਹੈ। ਪਲੱਸ ਅੱਜ ਦੀ ਡੇਟ ਵਿੱਚ ਜੇ ਮੈਂ ਆਪਣੀ ਗੱਲ ਕਰਾਂ, ਗਲੋਬਲ ਪ੍ਰੈਜ਼ੈਂਸ ਗਰੁੱਪ ਦੀ ਗੱਲ ਕਰਾਂ, ਅਸੀਂ ਡੀਲ ਕਰ ਰਹੇ ਸਿਰਫ AL1 ਕਾਲਜਿਸ ਯੂਨੀਵਰਸਿਟੀਜ਼ ਜਿਹੜੇ ਅਸੈਸਮੈਂਟ ਲੈਵਲ 1 ਦੇ ਵਿੱਚ ਆਉਂਦੇ ਆ, ਜਿਹਦੇ ਵਿੱਚ ਵੀਜ਼ਾ ਪ੍ਰੋਬੇਬਿਲਿਟੀ 95% ਤੋਂ ਉੱਤੇ ਹੈ। ਤਾਂ ਬਿਸਮਨ ਜੀ, ਇੱਕ ਸਵਾਲ ਮੇਰੇ ਮਨ 'ਚ ਵੀ ਹੈ ਤੇ ਬਾਕੀ ਸਭ ਦੇ ਮਨ ਦੇ ਵਿੱਚ ਵੀ ਜ਼ਰੂਰ ਹੁੰਦਾ ਹੈ, ਜਿਹੜੇ ਤਾਂ ਇੱਕ ਤਾਂ ਆਇਲਸ ਕਰਨ ਤੋਂ ਡਰਦੇ ਨੇ ਤੇ ਦੂਜੇ ਇੱਕ ਬੜੀ ਐਡਸ ਆਉਂਦੀਆਂ ਨੇ ਕਿ ਵਿਦਆਊਟ ਆਇਲਸ ਤੁਹਾਨੂੰ ਭੇਜ ਦਾਂਗੇ, ਆਸਟ੍ਰੇਲੀਆ ਭੇਜ ਦਾਂਗੇ, ਕੈਨੇਡਾ ਭੇਜ ਦਾਂਗੇ। ਇਹਦੇ ਬਾਰੇ ਕੀ ਕਹਿਣਾ ਤੁਹਾਡਾ? ਸੀ ਮੈਡਮ, ਕੈਟੇਗਰੀਜ਼ ਹੁੰਦੀਆਂ ਜਿਹਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਵਿਦਆਊਟ ਆਇਲਸ। ਜੇ ਤੁਹਾਡੇ ਇੰਗਲਿਸ਼ ਤੁਸੀਂ ਲੇਟੈਸਟ ਪਾਸ ਆਊਟ ਹੋ, 12ਵੀਂ ਹੁਣ ਕੀਤੀ ਹੈ ਤੇ ਤੁਸੀਂ ਤੁਹਾਡੇ ਜਿਹੜੇ ਇੰਗਲਿਸ਼ ਸਕੋਰ ਹੈ ਉਹ 70% 75% ਤੋਂ ਉੱਤੇ ਹੈ ਜਾਂ ਇੰਨੇ ਕੁ ਹੈਗੇ ਤੇ ਤੁਸੀਂ ਵਿਦਆਊਟ ਆਇਲਸ ਵੀ ਅਪਲਾਈ ਕਰ ਸਕਦੇ ਹੋ। ਬਟ ਇੱਥੇ ਸਾਨੂੰ ਗੱਲ ਕਰਨੀ ਪੈਣੀ ਹੈ ਵੀਜ਼ਾ ਪ੍ਰੋਬੇਬਿਲਿਟੀ ਦੀ। ਜੇ ਤੁਸੀਂ ਇੱਕ ਦੇਖੋ, ਜੇ ਪ੍ਰੀ ਰਿਕੁਇਜ਼ਿਟ ਇੱਕ ਰਿਕੁਆਇਰਮੈਂਟ ਪਾਈ ਹੋਈ ਹੈ ਐਮਬੈਸੀ ਨੇ ਕਿ ਲੈਂਗੁਏਜ ਐਬਿਲਿਟੀ ਹੋਣੀ ਬੜੀ ਜ਼ਰੂਰੀ ਹੈ, ਸੋ ਲੈਂਗੁਏਜ ਐਬਿਲਿਟੀ ਆਪਾਂ ਵੇਵਰ ਲੈ ਸਕਦੇ ਹਾਂ, ਬਿਲਕੁਲ ਲੈ ਸਕਦੇ ਹਾਂ, ਬਟ ਉਹਦੇ ਨਾਲ ਸਾਡੀ ਜਿਹੜੀ ਵੀਜ਼ੇ ਦੀ ਪ੍ਰੋਬੇਬਿਲਿਟੀ ਉਹ ਘਟਦੀ ਹੈ। ਜੇ 10 ਚੋਂ ਮੈਂ ਕਹਾਂ ਕਿ ਮੈਂ 10 ਵੀਜ਼ੇ ਲਾਏ ਹੈ, 10 ਐਪਲੀਕੇਸ਼ਨਸ ਪੁੱਟ ਅਪ ਕੀਤੀਆਂ ਜਿਹਦੇ ਵਿੱਚ ਵਿਦਆਊਟ ਆਇਲਸ ਆਪਾਂ ਅਪਲਾਈ ਕੀਤਾ, ਉਹ 10 ਦੇ ਵੀਜ਼ੇ ਨਹੀਂ ਆਉਣੇ, 10 ਚੋਂ 2 ਵੀਜ਼ੇ ਆਣੇ ਹੈ। ਉਹ 2 ਵੀਜ਼ੇ ਦੇਖ ਕੇ 20 ਬੰਦੇ ਹੋਰ ਆਉਂਦੇ ਕਿ ਸਾਡਾ ਵੀ ਅਪਲਾਈ ਕਰੋ, ਸੋ ਉਹਦੇ ਨਾਲ ਪ੍ਰੋਬੇਬਿਲਿਟੀ ਵੱਧਦੀ ਨਹੀਂ ਘਟਦੀ ਹੈ। ਸੋ ਜੇ ਕਿਸੇ ਨੇ ਅਪਲਾਈ ਕਰਨਾ ਹੈ, ਸੋ ਸਾਡਾ ਸੁਜੈਸ਼ਨ ਹੈ, ਜੇ ਅਸੀਂ ਵੀ ਮਿਹਨਤ ਕਰਾਂਗੇ, ਤੁਸੀਂ ਵੀ ਐਪਲੀਕੈਂਟਸ ਨੇ ਵੀ ਮਿਹਨਤ ਕਰਨੀ ਹੈ, ਮਾਂ ਪਿਓ ਨੇ ਪੈਸੇ ਲਾਉਣੇ ਹੈ, ਕਈਆਂ ਨੇ ਲੋਨ ਲੈ ਕੇ ਆਪਦੀ ਫੀਸਾਂ ਤਾਰਨੀਆਂ, ਸੋ ਜੇ ਆਪਾਂ ਇੰਨੀ ਮਿਹਨਤ ਕਰਦੇ, ਇੰਨੀ ਖੱਜਲ ਖੁਆਰੀ ਕਰਦੇ ਹਾਂ, ਸੋ ਮੈਨੂੰ ਲੱਗਦਾ ਕਿ ਇਸ ਕੇਸ ਵਿੱਚ ਜੇ ਲੈਂਗੁਏਜ ਐਬਿਲਿਟੀ ਅਸੀਂ ਦੇ ਸਕਦੇ ਹਾਂ ਤੇ ਲੈਂਗੁਏਜ ਐਬਿਲਿਟੀ ਦੇ ਕੇ ਹੀ ਅਪਲਾਈ ਕੀਤਾ ਜਾਵੇ ਤਾਂ ਉਹ ਜ਼ਿਆਦਾ ਵਧੀਆ ਜੀ। ਤਾਂ ਮੈਂ ਇੱਥੇ ਤੁਹਾਨੂੰ ਇੱਕ ਹੋਰ ਸਵਾਲ ਪੁੱਛਣਾ ਚਾਹਾਂਗੀ, ਜਿਵੇਂ ਤੁਸੀਂ ਕਿਹਾ ਕਿ ਜੇਕਰ ਉਹਨਾਂ ਦੇ 12ਵੀਂ ਦੇ ਵਿੱਚ ਵਧੀਆ ਸਕੋਰ ਹੁੰਦੇ ਨੇ ਤਾਂ ਇਹਦੇ ਵਿੱਚ ਜਿਵੇਂ CBSE ਬੋਰਡ ਹੁੰਦਾ ਹੈ, PSC ਬੋਰਡ ਹੁੰਦਾ ਹੈ, ICSE ਬੋਰਡ ਹੁੰਦਾ, ਇਹਨਾਂ ਦਾ ਵੀ ਕੋਈ ਰੋਲ ਹੈਗਾ?
ਸੀ ਇਹ ਪਹਿਲਾਂ ਮੈਂ ਜੇ 2-3-4 ਸਾਲ ਪਹਿਲਾਂ ਦੀ ਗੱਲ ਕਰਾਂ ਉਦੋਂ ਆਪਾਂ ਫਿਰ ਇਹਨੂੰ ਇਵੈਲੂਏਟ ਕਰਦੇ ਸੀ PSEB ਤੋਂ ਹੈ, ਠੀਕ ਹੈ ਜੀ, ICSE ਬੋਰਡ ਤੋਂ ਹੈ ਜਾਂ CBSE ਤੋਂ ਹੈ। ਅੱਜ ਦੀ ਡੇਟ 'ਚ ਜੇ ਤੁਸੀਂ ਬੈਚਲਰ ਕੀਤੀ ਹੈ ਜਾਂ 12ਵੀਂ ਕੀਤੀ ਹੈ ਕਿਸੇ ਵੀ ਬੋਰਡ ਤੋਂ ਕੀਤੀ ਹੈ, ਇੱਕ ਰਿਪਿਊਟਡ ਬੋਰਡ ਜਿੱਥੋਂ ਤੁਸੀਂ ਆਪ ਦੀ 12ਵੀਂ ਹਾਇਰ ਸੀਨੀਅਰ ਸੈਕੰਡਰੀ ਸਕੂਲਿੰਗ ਕਰਕੇ ਤੁਸੀਂ ਜੇ ਅਪਲਾਈ ਕਰ ਰਹੇ ਹੋ, ਵਧੀਆ ਪਰਸੈਂਟੇਜ ਹੈ, 60+ ਹੈ, ਅਪਲਾਈ ਤਾਂ 40+ ਵਾਲੇ ਦਾ ਵੀ ਹੋ ਜਾਂਦਾ। ਬਟ ਜੇ ਤੁਸੀਂ ਇੱਕ ਅਸੈਸਮੈਂਟ ਲੈਵਲ 1 ਯੂਨੀਵਰਸਿਟੀ ਚਾਹੁੰਦੇ ਹੋ ਤੇ ਮੈਨੂੰ ਲੱਗਦਾ ਹੈ ਕਿ ਉਹ CBSE ICSE ਜਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਜੇ ਤੁਸੀਂ 60% ਤੋਂ ਉੱਤੇ ਸਕੋਰ ਤੁਹਾਡਾ ਹੈਗਾ ਤੇ ਉਹ ਇੱਕ ਵਧੀਆ ਐਪਲੀਕੇਸ਼ਨ ਮੰਨੀ ਜਾਂਦੀ ਹੈ ਜੀ। ਤੇ ਇੱਕ ਜਿਵੇਂ ਤੁਸੀਂ ਯੂਨੀਵਰਸਿਟੀਜ਼ ਦੀ ਗੱਲ ਕੀਤੀ, ਕਾਲਜਸ ਦੀ ਗੱਲ ਕੀਤੀ, ਇਹਨਾਂ ਦੇ ਵਿੱਚ ਕੀ ਡਿਫਰੈਂਸ ਹੈ? ਮਤਲਬ ਕਿੰਨੀ ਪਰਸੈਂਟੇਜ ਦੇ ਨਾਲ ਐਡਮਿਸ਼ਨ ਮਿਲਦੀ ਹੈ ਕਾਲਜਸ ਸੀ? ਮੈਂ ਜਿਵੇਂ ਤੁਹਾਨੂੰ ਦੱਸ ਰਿਹਾ ਸੀਗਾ ਕਿ 40% ਵਾਲਾ ਬੱਚਾ ਵੀ ਅਪਲਾਈ ਕਰ ਸਕਦਾ, ਬਟ ਉਹਦੇ ਕੋਲੇ ਆਪਸ਼ਨਸ ਜਿਹੜੀਆਂ ਯੂਨੀਵਰਸਿਟੀਜ਼ ਜਾਂ ਕਾਲਜਸ ਦੀ ਹੋਣਗੀਆਂ ਉਹ ਘੱਟ ਹੋਣਗੀਆਂ। ਜੇ ਕੋਈ ਵੀ ਬੱਚਾ ਜਿਹਦੇ 60-65% ਹੈ, 70% ਹੈ, ਕਈਆਂ ਦੇ 80% ਵੀ ਹੈ, ਸੋ ਉਹ ਯੂਨੀਵਰਸਿਟੀ ਵਿੱਚ ਕਾਲਜਸ ਵਿੱਚ ਵੀ ਅਪਲਾਈ ਕਰ ਸਕਦੇ ਹੈ। ਹੁਣ ਜਿਹੜੇ ਬੱਚੇ ਦੇ ਸਕੋਰ ਵੱਧ ਹੋਣਗੇ ਤੇ ਲੈਂਗੁਏਜ ਐਬਿਲਿਟੀ ਵੀ ਵਧੀਆ ਦਿੱਤਾ ਹੋਏਗਾ, ਉਹਨੂੰ $10,000 ਤੱਕ ਦੀ ਵੀ ਸਕਾਲਰਸ਼ਿਪ ਮਿਲਦੀ ਹੈ। ਅਸੀਂ ਇਹ ਕਮਿਟ ਨਹੀਂ ਕਰਦੇ, ਬਟ ਜਿਹੜੇ ਬੱਚੇ ਦਾ ਪ੍ਰੋਫਾਈਲ ਵਧੀਆ ਹੈ, ਜਿਹੜੇ ਬੱਚੇ ਨੇ ਸਕੋਰ ਵਧੀਆ ਕੀਤਾ ਹੈ ਅਕੈਡਮਿਕਸ ਦੇ ਵਿੱਚ, ਉਸ ਬੱਚੇ ਨੂੰ ਸਕਾਲਰਸ਼ਿਪ ਦਿਵਾਈ ਜਾ ਸਕਦੀ ਹੈ ਤੇ ਉਹਦੇ ਵਿੱਚ ਜਿਹੜੇ ਵੀ ਬੱਚੇ ਦੀ ਐਲੀਜੀਬਿਲਟੀ ਬਣਦੀ ਹੈ ਅਸੀਂ ਅਪਲਾਈ ਕਰਕੇ ਜਾਂ ਅਪਲਾਈ ਕਰਾ ਕੇ ਉਹਨਾਂ ਨੂੰ ਸਕਾਲਰਸ਼ਿਪ ਉਹਨਾਂ ਦੀ ਸਿਕਿਉਰ ਕਰਦੇ ਹੀ ਹਾਂ ਜੀ। ਮਤਲਬ ਜਿਹੜੇ ਬੱਚੇ ਹੁਣ ਸਕਾਲਰਸ਼ਿਪ ਲੈਣਾ ਵੀ ਚਾਹੁੰਦੇ ਨੇ ਤਾਂ ਬਿਲਕੁਲ ਉਹਨਾਂ ਨੂੰ ਜ਼ਰੂਰ ਮਿਲੇਗੀ ਅਕੋਰਡਿੰਗ ਟੂ ਉਹਨਾਂ ਦੇ ਪਰਸੈਂਟੇਜ। ਬਿਲਕੁਲ। ਜੇ ਮਾਪਿਓ ਦਾ ਪੈਸਾ ਬਚਦਾ ਹੈ, ਜੇ 4-5 ਲੱਖ ਰੁਪਏ ਬਚਦਾ ਹੈ ਸਕਾਲਰਸ਼ਿਪ ਦਵਾ ਕੇ, ਸੋ ਮੈਨੂੰ ਲੱਗਦਾ ਹੈ ਕਿ ਉਹ ਇੱਕ ਚੰਗੀ ਚੀਜ਼ ਹੈ, ਕਰਨਾ ਵੀ ਚਾਹੀਦਾ। ਪਲੱਸ ਬੱਚੇ ਨੂੰ ਇੱਕ ਬੂਸਟ ਮਿਲਦਾ ਉਹਦੇ ਨਾਲ, ਜਿਹਦੇ ਕਰਕੇ ਬੱਚਾ ਹੋਰ ਵਧੀਆ ਪਰਫਾਰਮ ਕਰਦਾ ਹੈ, ਆਪਦੇ ਫਿਊਚਰ ਨੂੰ ਸਿਕਿਉਰ ਕਰਦਾ। ਸੋ ਇਹ ਸਾਡਾ ਮੇਨ ਕੰਮ ਹੈ, ਸਾਡਾ ਮੇਨ ਮੁੱਦਾ ਹੈ ਕਿ ਮੈਂ ਬਾਰ-ਬਾਰ ਪਿਛਲੇ ਸ਼ੋਅ 'ਚ ਵੀ ਜਿਵੇਂ ਮੈਂ ਬਹੁਤ ਫੋਕਸ ਕੀਤਾ ਸੀ, ਲੋਕਾਂ ਨੇ ਬਹੁਤ ਗਾਲਾਂ ਵੀ ਕੱਢੀਆਂ, ਕਹਿੰਦੇ ਤੁਸੀਂ ਕਰੀਅਰ ਕਾਉਂਸਲਿੰਗ ਦੇ ਉੱਤੇ ਬਹੁਤ ਫੋਕਸ ਕੀਤਾ। ਸੋ ਮੈਂ ਅੱਜ ਵੀ ਉਹੀ ਕਹਾਂਗਾ ਕਿ ਸਾਡਾ ਕੰਮ ਵੀਜ਼ਾ ਲਵਾਉਣਾ ਨਹੀਂ ਹੈ ਜਾਂ ਸਿਰਫ ਵੀਜ਼ਾ ਲਵਾਉਣਾ ਨਹੀਂ, ਸਾਡਾ ਕੰਮ ਹੈ ਕਰੀਅਰ ਕਾਉਂਸਲਿੰਗ ਦੇਣਾ ਬੱਚਿਆਂ ਨੂੰ। ਸੋ ਉਹ ਇੱਕ ਬਹੁਤ ਹੀ ਇੰਪੋਰਟੈਂਟ ਐਸਪੈਕਟ ਹੈ ਜਿਹਨੂੰ ਧਿਆਨ ਰੱਖਣਾ ਚਾਹੀਦਾ। ਇੱਕ ਨਾ ਹੋਰ ਪ੍ਰੋਬਲਮ ਜੋ ਆਉਂਦੀ ਹੈ ਉਹ ਆਉਂਦੀ ਹੈ ਗੈਪ ਦੀ। ਬਿਲਕੁਲ, ਜਿਹੜਾ ਗੈਪ ਪੈ ਜਾਂਦਾ ਬਿਲਕੁਲ ਜੀ, ਬਿਲਕੁਲ। ਉਹਨੂੰ ਕਿਵੇਂ? ਬੜਾ ਚੰਗਾ ਕੁਐਸਚਨ ਹੈ ਜਸਪ੍ਰੀਤ ਜੀ। ਦੇਖੋ, ਕੋਈ ਵੀ ਬੱਚਾ ਹੈ ਜਿਹਨੇ 12ਵੀਂ ਕੀਤੀ, ਉਸ ਤੋਂ ਬਾਅਦ ਬੈਚਲਰ ਕੀਤੀ ਹੈ, ਤੇ ਉਦੋਂ ਕਈ ਵਾਰੀ ਹੁੰਦਾ ਬੰਦਿਆਂ ਦਾ ਜਾਂ ਬੱਚਿਆਂ ਦਾ ਦਿਮਾਗ ਜਿਹੜਾ ਹੁੰਦਾ ਉਹ ਇਸ ਹਿਸਾਬ ਨਾਲ ਚੱਲਦਾ ਕਿ ਅਸੀਂ ਐਕਸਪੀਰੀਅੰਸ ਲੈ ਲਈਏ, ਪਹਿਲਾਂ 2 ਜਾਂ 3 ਸਾਲ ਕੰਮ ਕਰ ਲਈਏ, 4 ਸਾਲ ਕੰਮ ਕਰ ਲਈਏ। ਐਂਡ ਜਦੋਂ ਤੁਸੀਂ ਕੰਮ ਕਰਨਾ ਸ਼ੁਰੂ ਕਰਦੇ ਹੋ ਉਹ ਲਾਈਫ ਉੱਦਾਂ ਹੀ ਚੱਲਦੀ ਰਹਿੰਦੀ ਹੈ। ਬਾਅਦ 'ਚ ਇੱਕਦਮ ਜੇ ਤੁਹਾਡੇ ਦਿਮਾਗ 'ਚ ਆਉਂਦਾ ਕਿ ਹਾਂ ਹੁਣ ਬਾਹਰ ਮੈਨੂੰ ਸ਼ਾਇਦ ਆਪ ਦੇ ਸਕਿੱਲ ਨੂੰ ਹੋਰ ਇਨਹੈਂਸ ਕਰਨਾ ਚਾਹੀਦਾ, ਸਕਿੱਲ ਨੂੰ ਹੋਰ ਪੋਲਿਸ਼ ਕਰੀਏ, ਉਹ ਕਿੱਦਾਂ ਕਰੀਏ? ਬਾਹਰ ਪੜ੍ਹ ਕੇ। ਸੋ ਉਹ ਜਿਹੜਾ ਗੈਪ 12ਵੀਂ ਜਾਂ ਮੈਂ ਕਹਿੰਦਾ ਬੈਚਲਰ ਤੋਂ ਬਾਅਦ ਗੈਪ ਹੋਏਗਾ, ਉਹ ਗੈਪ ਦੀ ਜਸਟੀਫਿਕੇਸ਼ਨ ਹੋਣੀ ਬੜੀ ਜ਼ਰੂਰੀ ਹੈ। ਉਹ ਕਈ ਵਾਰੀ ਆਪਾਂ ਕੀ ਕਰਦੇ ਹਾਂ, ਐਪਲੀਕੈਂਟਸ ਆਏ ਕਿ ਦੇਖੋ ਜੀ ਇਹ ਤਾਂ ਸਾਡੀ ਸੈਲਰੀ ਕੈਸ਼ ਆਉਂਦੀ ਸੀ ਸਾਨੂੰ ਜੀ, ਤੇ ਉਸ ਚੀਜ਼ ਨੂੰ ਜੇ ਮੈਂ ਜਸਟੀਫਾਈ ਕਰਾਂ, ਮੈਂ ਸਿਰਫ ਦੇ ਸਕਦਾ ਐਕਸਪੀਰੀਅੰਸ ਲੈਟਰ, ਤੇ ਉੱਥੋਂ ਜੇ ਬੱਚਾ ਆਪ ਵੈਰੀਫਾਈ ਕਰਾਉਂਦਾ ਇੱਕ ਜੈਨੂਇਨ ਜੇ ਉਹਨਾਂ ਦਾ ਐਕਸਪੀਰੀਅੰਸ ਹੈ ਤੇ ਵੀਜ਼ਾ ਲਿੱਤਾ ਜਾ ਸਕਦਾ। ਬਟ ਜੇ ਤੁਹਾਡੇ ਕੋਲ ਪੇਡ ਇੰਪਲੋਇਮੈਂਟ ਪ੍ਰੂਫ ਹੈਗਾ, ਉਹ ਡਿਊਰੇਸ਼ਨ ਦੇ ਵਿੱਚ ਜਦੋਂ ਤੁਸੀਂ ਕੰਮ ਕੀਤਾ, ਜਿਵੇਂ ਤੁਹਾਡੀ ਸੈਲਰੀ ਸਲਿੱਪਸ ਹੋ ਗਈਆਂ, ਤੁਹਾਡੇ ਬੈਂਕ ਸਟੇਟਮੈਂਟ ਹੋ ਗਈ ਜਿੱਥੇ ਤੁਹਾਨੂੰ ਸੈਲਰੀ ਤੁਹਾਡੇ ਆਪ ਦੇ ਅਕਾਊਂਟ 'ਚ ਆਉਂਦੀ ਹੈ, ਉਹ ਕੇਸ ਇੱਕ ਸਟਰੋਂਗ ਕੇਸ ਮੰਨਿਆ ਜਾਂਦਾ ਫਿਰ ਤੋਂ। ਉਸ ਕੇਸ ਵਿੱਚ ਜਿੱਥੇ ਮੈਂ ਜਸਟੀਫਿਕੇਸ਼ਨ ਆਪਦੇ ਗੈਪ ਦੀ ਦੇ ਰਿਹਾ, ਉਹ ਵੀ ਕਾਗਜ਼ਾਂ ਨਾਲ, ਕਿਉਂਕਿ ਉੱਥੇ ਨਾ ਐਪਲੀਕੈਂਟ ਬੈਠਾ ਹੋਊਗਾ, ਨਾ ਮੈਂ ਬੈਠਾ ਹੋਊਗਾ, ਨਾ ਜਸਪ੍ਰੀਤ ਮੈਮ ਤੁਸੀਂ ਬੈਠੇ ਹੋਵੋਗੇ। ਸੋ ਉੱਥੇ ਜੋ ਕੁਝ ਬੋਲਣਾ ਹੈ ਉਹ ਡਾਕੂਮੈਂਟਸ ਨੇ ਬੋਲਣਾ ਹੈ, ਤੇ ਉਹ ਅਫਸਰ ਨੇ ਉਹ ਡਾਕੂਮੈਂਟ ਨੂੰ ਦੇਖਣਾ ਹੈ। ਜੇ ਉਹਨੂੰ ਲੱਗਦਾ ਹੈ ਕਿ ਹਾਂ ਇਹ ਇੱਕ ਜੈਨੂਇਨ ਗੈਪ ਜਸਟੀਫਿਕੇਸ਼ਨ ਹੈ, ਤੇ ਉਹ ਕਿਸੇ ਵੀ ਹਾਲਤ ਵਿੱਚ ਵੀਜ਼ਾ ਰਿਫਿਊਜ਼ ਨਹੀਂ ਕਰ ਸਕਦਾ ਜੀ। ਤੇ ਇੱਕ ਹੁੰਦਾ ਹੈ ਕਿ ਮਤਲਬ ਆਪਾਂ ਕੋਈ ਵੀ ਸਬਜੈਕਟ ਚੂਜ਼ ਕਰ ਲੈਂਦੇ ਹਾਂ, ਹਾਂਜੀ, ਜਾਂਦੇ ਹਾਂ ਬਾਹਰ, ਕੋਈ ਵੀ ਸਬਜੈਕਟ ਚੂਜ਼ ਕਰ ਲੈਂਦੇ, ਪਰ ਆਫਟਰ 1 2 3 4 ਈਅਰ ਆਪਾਂ ਨੂੰ ਫੀਲ ਹੁੰਦਾ ਕਿ ਨਹੀਂ ਯਾਰ ਇਹ ਆਪਾਂ ਗਲਤ ਲੈ ਲਿਆ ਜਾਂ ਇਹਦੇ ਵਿੱਚ ਜ਼ਿਆਦਾ ਬੈਟਰ ਸੀਗਾ। ਤਾਂ ਤੁਹਾਡੇ ਅਕੋਰਡਿੰਗ ਕਿਹੜਾ ਸਬਜੈਕਟ, ਕਿਹੜੀ ਜ਼ਿਆਦਾ ਪ੍ਰੈਫਰੈਂਸ ਆਪਾਂ ਨੂੰ ਦੇਣੀ ਚਾਹੀਦੀ ਹੈ? ਸਹੀ, ਕਈ ਵਾਰੀ ਬੱਚੇ ਕੀ ਕਰਦੇ ਹੈ ਕਿ ਇੱਥੋਂ ਤੁਸੀਂ 12ਵੀਂ ਕੀਤੀ ਹੈ ਕਾਮਰਸ ਵਿੱਚ, ਤੇ ਤੁਸੀਂ ਕੇਸ ਅਪਲਾਈ ਕਰਾਉਂਦੇ ਹੋ, ਐਪਲੀਕੇਸ਼ਨ ਜਦੋਂ ਆਪਣੀ ਆਪ ਦੀ ਸਬਮਿਟ ਕਰਾਉਂਦੇ ਹੋ, ਤੁਸੀਂ ਕਲਨਰੀ ਵਿੱਚ ਕਰਾ ਲੈਂਦੇ ਹੋ ਕਿ ਕੁੱਕ ਬੇਕਰ, ਉਹਦੇ ਵਿੱਚ ਸਰਟੀਫਿਕੇਟ 3 ਕਰਨਾ, ਸਰਟੀਫਿਕੇਟ 4 ਕਰਨਾ। ਉਹ ਮੈਨੂੰ ਲੱਗਦਾ ਕਿ ਇੱਕਦਮ ਜੈਨੂਇਨ ਐਪਲੀਕੈਂਟ ਹੋ ਸਕਦਾ ਬੱਚਾ ਕਿ ਕਾਮਰਸ ਕਰਨ ਤੋਂ ਬਾਅਦ ਉਹਨੂੰ ਇੱਕਦਮ ਹੀ ਉਹਦਾ ਜੀ ਆਇਆ ਕਿ ਮੈਂ ਬੇਕਰ ਜਾਂ ਕੁੱਕਰੀ ਦਾ ਕੋਰਸ ਲੈ ਕੇ ਮੈਂ ਆਪ ਦਾ ਫਿਊਚਰ ਇਹਦੇ ਵਿੱਚ ਬਣਾਵਾਂ। ਸੋ ਇਹ ਚੀਜ਼ ਵਿੱਚ ਅਗੇਨ ਤੁਹਾਡੀ SOP ਜਿਹੜੀ ਹੁੰਦੀ ਹੈ, ਸਟੇਟਮੈਂਟ ਆਫ ਪਰਪਸ ਜਿਹਨੂੰ ਆਪਾਂ ਕਹਿੰਦੇ ਕਿ ਜਿਹਦੇ ਵਿੱਚ ਬੱਚਾ ਆਪ ਦੇ ਬਾਰੇ ਲਿਖਦਾ ਹੈ ਕਿ ਮੇਰਾ
ਕਰੀਅਰ ਪਾਥ ਮੈਂ ਇਸ ਚੀਜ਼ ਨੂੰ ਚੂਜ਼ ਕਰ ਰਹੇ ਹਾਂ ਤੇ ਕਿਉਂ ਕਰ ਰਹੇ ਹਾਂ, ਉਹ ਜਸਟੀਫਿਕੇਸ਼ਨ ਦੇਣੀ ਜ਼ਰੂਰੀ ਹੈ। ਸੋ ਮੇਰੇ ਵੱਲੋਂ ਜੋ ਸੁਜੈਸ਼ਨ ਹੈ ਬੱਚਿਆਂ ਨੂੰ ਉਹ ਇਹੀ ਹੈ ਕਿ ਤੁਸੀਂ ਆਪ ਦੀ ਜਿਹੜੀ ਕਰੰਟ ਪੜ੍ਹਾਈ ਹੈ ਉਹਦੇ ਰਿਲੇਟਡ ਹੀ ਕੋਰਸ ਸਿਲੈਕਟ ਕਰੋਗੇ। ਜੇ ਨਾਨ ਮੈਡੀਕਲ ਬੱਚੇ ਨੇ, ਨਾਨ ਮੈਡੀਕਲ ਵਿੱਚ 12ਵੀਂ ਕੀਤੀ ਹੈ ਤੇ ਨਾਲ ਹੀ ਮੈਥਸ ਵਿੱਚ ਚੰਗਾ ਸਕੋਰ ਕੀਤਾ ਹੈ, ਤੇ ਜੇ IT ਵਿੱਚ ਜਾਣਾ ਚਾਹੁੰਦਾ ਬੱਚਾ ਜਾਂ ਸਿਵਲ ਵਿੱਚ ਜਾਣਾ ਚਾਹੁੰਦਾ ਜਾਂ ਮਕੈਨੀਕਲ ਵਿੱਚ ਜਾਣਾ ਚਾਹੁੰਦਾ ਤੇ ਬਿਲਕੁਲ ਜਾ ਸਕਦਾ। ਨਾਨ ਮੈਡੀਕਲ ਕਰਕੇ ਤੁਸੀਂ ਕਹੋ ਕਿ ਮੈਂ ਕੁੱਕ ਬਣਨਾ ਹੈ, ਉਹ ਮੈਨੂੰ ਲੱਗਦਾ ਕਿ ਇਰਰੈਲੇਵੈਂਟ ਚੀਜ਼ ਹੋ ਜਾਊਗੀ। ਤੇ ਜੇ ਵੀਜ਼ਾ ਸਿਕਿਉਰ ਕਰਨਾ ਹੈ, ਸਾਨੂੰ ਆਪ ਦਾ ਫਿਊਚਰ ਬ੍ਰਾਈਟ ਬਣਾਉਣਾ ਹੈ ਕਿਸੇ ਬਾਹਰਲੇ ਮੁਲਕ 'ਚ ਪੜ੍ਹ ਕੇ, ਤੇ ਮੈਨੂੰ ਲੱਗਦਾ ਰੈਲੇਵੈਂਟ ਸਟੱਡੀ ਦੇ ਨਾਲ ਰੈਲੇਵੈਂਟ ਕੋਰਸ ਅੱਗੇ ਵਿਦੇਸ਼ ਜਾਣ ਲਈ ਜੇ ਆਪਾਂ ਚੂਜ਼ ਕਰੀਏ ਤੇ ਤਾਂ ਹੀ ਸਾਡਾ ਵੀਜ਼ਾ ਸਿਕਿਉਰ ਹੋ ਸਕਦਾ, ਉਹੀ ਸਾਡੇ ਫਿਊਚਰ ਲਈ ਬੈਟਰ ਵੀ ਹੋਊਗਾ। ਮਤਲਬ ਜਿਹੜੀ ਤੁਸੀਂ ਸਟੱਡੀਜ਼ ਹੁਣ ਕਰ ਰਹੇ ਹੋ ਜਾਂ ਫਿਰ ਜੌਬਸ ਹੁਣ ਕਰ ਰਹੇ ਹੋ ਤਾਂ ਉਹਦੇ ਅਕੋਰਡਿੰਗਲੀ ਜੇਕਰ ਤੁਸੀਂ ਅੱਗੇ ਅਪਲਾਈ ਕਰਦੇ ਹੋ ਤਾਂ ਉਹਦੇ ਵਿੱਚ ਈਜ਼ੀ ਵੀ ਰਹਿੰਦਾ ਹੈ। ਬਿਲਕੁਲ ਬਿਲਕੁਲ ਮੈਡਮ, ਜਦੋਂ ਮੈਂ ਤੁਹਾਡੇ ਸਟੂਡੀਓ ਹੁਣੇ ਜਦੋਂ ਪਹੁੰਚਿਆ ਹੀ ਹਾਂ, ਮੈਨੂੰ ਇੱਕ ਕਾਲ ਆਇਆ ਕਿ ਬੱਚੇ ਨੇ 2014 ਵਿੱਚ ਬੈਚਲਰਸ ਕੀਤੀ ਸੀ, ਬੀਟੈਕ ਕੀਤੀ, ਉਸ ਤੋਂ ਬਾਅਦ ਰਨਿੰਗ ਐਕਸਪੀਰੀਅੰਸ ਹੈ IT ਦੇ ਵਿੱਚ, ਰਨਿੰਗ ਐਕਸਪੀਰੀਅੰਸ ਚੰਗੀ ਇੱਕ ਕੰਪਨੀ ਦੇ ਵਿੱਚ, ਬਟ ਉਹਨਾਂ ਦਾ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋਇਆ। ਸੋ ਉਹਨਾਂ ਨੇ ਇਹੀ ਸਲਾਹ ਮੰਗੀ ਕਿ ਕੀ ਕਰ ਸਕਦੇ ਹਾਂ, ਤੇ ਮੈਂ ਉਹਨਾਂ ਨੂੰ ਇਹੀ ਕਿਹਾ ਕਿ ਦੇਖੋ ਰੀਅਪਲਾਈ ਵੀ ਕੀਤਾ ਜਾ ਸਕਦਾ ਹੈ। ਤੇ ਫਿਰ ਉਹਨਾਂ ਨੂੰ ਅੱਜ ਕੱਲ੍ਹ ਸਾਰਿਆਂ ਨੂੰ ਹੀ ਪਤਾ ਲੱਗ ਗਿਆ ਕਿ ਹਾਂ ਆਸਟ੍ਰੇਲੀਆ ਖੁੱਲ੍ਹ ਰਿਹਾ ਤੇ ਆਸਟ੍ਰੇਲੀਆ ਲਈ ਕੀ ਪ੍ਰੋਸਪੈਕਟਸ ਨੇ। ਫਿਰ ਉਹਨਾਂ ਨੂੰ ਇਹੀ ਸਮਝਾਇਆ ਗਿਆ ਕਿ ਜੇ ਮੇਰੇ ਕੋਲ ਗੈਪ ਜਸਟੀਫਿਕੇਸ਼ਨ ਹੈਗੀ ਹੈ ਤੇ 100% ਤੁਹਾਡਾ ਵੀਜ਼ਾ ਲਿੱਤਾ ਜਾ ਸਕਦਾ। ਤੇ ਕੋਈ ਵੀ ਜਿਹੜੇ ਵੀ ਬੱਚਿਆਂ ਦੀ ਰਿਜੈਕਸ਼ਨਸ ਆਈਆਂ ਹੋਈਆਂ, ਭਾਵੇਂ ਕੈਨੇਡਾ ਤੋਂ ਆਈਆਂ, UK ਤੋਂ ਆਈਆਂ ਜਾਂ US ਤੋਂ ਆਈਆਂ, ਤੁਸੀਂ ਆ ਕੇ ਸਾਡੀ ਟੀਮ ਦੇ ਐਕਸਪਰਟਸ ਨੂੰ ਮਿਲ ਸਕਦੇ ਹੋ, ਮੈਨੂੰ ਵੀ ਮਿਲ ਸਕਦੇ ਹੋ ਅਪਾਇੰਟਮੈਂਟ ਲੈ ਕੇ। ਜੇ ਤੁਹਾਡਾ ਕੇਸ ਰਿਫਿਊਜ਼ਡ ਹੈ ਕਿਸੇ ਵੀ ਕੰਟਰੀ ਤੋਂ, ਤੇ ਇੱਦਾਂ ਨਹੀਂ ਕਿ ਤੁਸੀਂ ਅਪਲਾਈ ਨਹੀਂ ਕਰ ਸਕਦੇ ਦੁਬਾਰਾ ਉਸ ਕੰਟਰੀ ਦੁਆਰਾ, ਜਾਂ ਤੁਸੀਂ ਆਸਟ੍ਰੇਲੀਆ ਅਪਲਾਈ ਨਹੀਂ ਕਰ ਸਕਦੇ। ਜੇ ਤੁਹਾਡੇ ਕੋਲ ਡਾਕੂਮੈਂਟੇਸ਼ਨ ਪੂਰੀ ਹੈ, ਜੇ ਤੁਸੀਂ ਮਾਈਂਡ ਮੇਕਅਪ ਕੀਤਾ ਕਿ ਤੁਸੀਂ ਬਾਹਰ ਹੀ ਪੜ੍ਹਨਾ, ਤੁਸੀਂ ਇੱਕ ਵਾਰੀ ਸਾਡੀ ਟੀਮ ਨੂੰ ਸੰਪਰਕ ਕਰੋ ਤੇ ਤੁਹਾਨੂੰ ਪ੍ਰੋਪਰ ਗਾਈਡੈਂਸ ਦਿੱਤੀ ਜਾਊਗੀ। ਜੇ ਤੁਹਾਡਾ ਕੇਸ ਐਪਲੀਕੇਸ਼ਨ ਤੁਹਾਡੀ ਅਪਲਾਈ ਕਰਨ ਜੋਗੀ ਹੋਏਗੀ, ਜੇ ਸਾਨੂੰ ਲੱਗਦਾ ਹੋਏਗਾ ਵੀਜ਼ਾ ਸਿਕਿਉਰ ਕੀਤਾ ਜਾ ਸਕਦਾ ਤੇ ਵੀਜ਼ਾ ਜ਼ਰੂਰ ਅਪਲਾਈ ਕਰਾਂਗੇ ਤੇ ਵੀਜ਼ਾ ਤੁਹਾਨੂੰ ਲੈ ਕੇ ਦੇਵਾਂਗੇ। ਤਾਂ ਆਸਟ੍ਰੇਲੀਆ ਜਾਣ ਦੇ ਲਈ ਮੇਰਾ ਇੱਕ ਸਵਾਲ ਹੋਰ ਹੈ ਕਿ VFS ਅਤੇ ਬਾਇਓਮੈਟ੍ਰਿਕ ਜੋ ਹੁੰਦਾ ਹੈ ਉਹਦੇ ਰਿਗਾਰਡਿੰਗ ਕੀ ਕਹਿਣਾ ਤੁਹਾਡਾ? VFS ਬਿਲਕੁਲ VFS ਕੈਨੇਡਾ ਜੇ ਮੈਂ ਗੱਲ ਕਰਾਂ ਤੇ ਉੱਥੇ ਬਾਇਓਮੈਟ੍ਰਿਕ ਕੈਨੇਡਾ ਦਾ ਇੱਕ ਮੈਂਡੇਟ ਹੈ ਕਿ ਬਾਇਓਮੈਟ੍ਰਿਕਸ ਹੁੰਦੇ, ਦੈਟ ਇਜ਼ ਅ ਪਾਰਟ ਆਫ ਦਾ ਪ੍ਰੋਸੈਸ, ਬਟ ਆਸਟ੍ਰੇਲੀਆ ਵਿੱਚ ਬਾਇਓਮੈਟ੍ਰਿਕਸ ਨਹੀਂ ਹੁੰਦੇ। ਸੋ ਜੇ ਤੁਸੀਂ ਅਪਲਾਈ ਕਰ ਰਹੇ ਹੋ ਤੇ ਜੇ ਤੁਸੀਂ ਸੋਚਦੇ ਹੋ ਕਿ VFS ਤੋਂ ਡੇਟ ਨਹੀਂ ਮਿਲੂਗੀ ਤੁਹਾਨੂੰ, ਪਹਿਲੀ ਗੱਲ ਤਾਂ ਸਟੈਂਪਿੰਗ ਨਹੀਂ ਹੁੰਦੀ, ਆਪਾਂ ਦੱਸਣਾ ਭੁੱਲ ਗਏ, ਇਹਦੇ ਬਾਰੇ ਵੀ ਗੱਲ ਕਰਨੀ ਜ਼ਰੂਰੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਜਦੋਂ ਆਸਟ੍ਰੇਲੀਆ ਦਾ ਤੁਹਾਡਾ ਵੀਜ਼ਾ ਆਉਂਦਾ ਦੈਟ ਇਜ਼ ਅ ਵੀਜ਼ਾ, ਉਹ ਸਟੈਂਪਿੰਗ ਨਹੀਂ ਹੁੰਦੀ ਤੁਹਾਡੇ ਪਾਸਪੋਰਟ ਤੇ ਤੁਹਾਨੂੰ ਨਾ ਪਾਸਪੋਰਟ ਸਬਮਿਟ ਕਰਾਉਣਾ ਪੈਂਦਾ, ਨਾ ਬਾਇਓਮੈਟ੍ਰਿਕ ਦੀ ਉੱਥੇ ਫਾਰਮੈਲਿਟੀ ਹੈਗੀ ਹੈ। ਤੁਸੀਂ ਸਿੱਧਾ ਜਦੋਂ ਵੀਜ਼ਾ ਅਪਲਾਈ ਆਨਲਾਈਨ ਕਰਦੇ ਹੋ, ਆਨਲਾਈਨ ਫੀਸ ਭਰਦੇ ਹੋ, ਤੇ ਜਦੋਂ ਤੁਹਾਨੂੰ ਵੀਜ਼ਾ ਗ੍ਰਾਂਟ ਹੁੰਦਾ ਤੁਸੀਂ ਆਪ ਦਾ ਉਹਦਾ ਸਿਰਫ ਪ੍ਰਿੰਟ ਆਊਟ ਲੈ ਕੇ ਟਿਕਟ ਆਪ ਦੀ ਕਰਾ ਕੇ ਤੁਸੀਂ ਟਰੈਵਲ ਕਰ ਸਕਦੇ ਹੋ ਸਟਾਰਟਿੰਗ ਫਰੋਮ 1 ਦਸੰਬਰ। ਬਹੁਤ ਬਹੁਤ ਧੰਨਵਾਦ ਤੁਹਾਡਾ ਤਮਾਮ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਦੇ ਲਈ। ਜਾਂਦੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ? ਜਾਂਦੇ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗੇ ਜੀ, ਜਿਹੜੇ ਬੱਚੇ ਜਿਹੜੇ ਪੇਰੈਂਟਸ ਆਪ ਦੇ ਬੱਚਿਆਂ ਨੂੰ ਭੇਜਣਾ ਚਾਹੁੰਦੇ ਆ, ਡਿਸਕਸ ਕਰ ਰਹੇ ਆ ਘਰਦਿਆਂ ਨਾਲ, ਆਪਸ ਤੁਸੀਂ ਡਿਸਕਸ ਕਰ ਰਹੇ ਹੋ, ਸਲਾਹ ਕਰ ਰਹੇ ਹੋ, ਤੇ ਉਸ ਸਲਾਹ ਵਿੱਚ ਸਾਨੂੰ ਵੀ ਵਿੱਚ ਇੰਕਲੂਡ ਕਰੋ, ਸਾਨੂੰ ਵੀ ਵਿੱਚ ਪਾਓ, ਸਾਡੇ ਤੋਂ ਪੁੱਛੋ, ਸਾਡੀ ਮਦਦ ਲਓ। ਕਰੀਅਰ ਕਾਉਂਸਲਿੰਗ ਤੁਹਾਡੇ ਬੱਚਿਆਂ ਦੀ ਕਰਾਂਗੇ, ਤੁਹਾਨੂੰ ਗਾਈਡ ਕਰਾਂਗੇ। ਤੇ ਜੇ ਆਸਟ੍ਰੇਲੀਆ ਪੜ੍ਹਨਾ ਚਾਹੁੰਦੇ ਹੋ ਤੇ ਫੈਬ ਇਨਟੇਕ ਖੁੱਲ੍ਹਿਆ ਜੀ। ਜੇ ਤੁਸੀਂ ਕੈਨੇਡਾ ਅਪਲਾਈ ਕਰਨਾ ਹੈ ਸਟੂਡੈਂਟ ਵੀਜ਼ਾ ਤੇ ਮੇ ਇਨਟੇਕ ਲਈ ਦਾਖਲੇ ਖੁੱਲ੍ਹੇ ਹੈ, ਔਰ ਹੋਰ ਮੈਨੂੰ ਲੱਗਦਾ 1 ਮਹੀਨੇ ਦੇ ਵਿੱਚ ਉਹ ਦਾਖਲੇ ਵੀ ਕਲੋਜ਼ ਹੋ ਜਾਣਗੇ ਮੇ ਇਨਟੇਕ ਦੇ। ਤੇ ਤੁਸੀਂ ਸਾਡੀ ਟੀਮ ਨੂੰ ਸੰਪਰਕ ਕਰ ਸਕਦੇ ਹੋ ਤੇ ਆਪ ਦੇ ਬਾਹਰ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ। ਤਾਂ ਜੇਕਰ ਤੁਸੀਂ ਆਪਣਾ ਮਨ ਬਣਾ ਲਿਆ ਬਾਹਰ ਜਾਣ ਦਾ ਤੇ ਬਸ ਇਹ ਸੋਚ ਰਹੇ ਹੋ ਕਿ ਕਿਵੇਂ ਬਾਹਰ ਜਾਈਏ ਤੇ ਕਿੱਥੇ ਜਾਈਏ, ਤਾਂ ਬਿਨਾਂ ਸੋਚੇ ਸਮਝੇ ਤੁਸੀਂ ਗਲੋਬਲ ਪ੍ਰੈਜ਼ੈਂਸ ਜਾ ਕੇ ਵਿਜ਼ਿਟ ਕਰ ਸਕਦੇ ਹੋ। ਉੱਥੇ ਉਹ ਤੁਹਾਨੂੰ ਸਾਰੀ ਪ੍ਰੋਸੈਸ ਵੀ ਦੱਸਣਗੇ ਤੇ ਤੁਹਾਡਾ ਮਾਈਂਡ ਵੀ ਜੋ ਹੈ ਉਹ ਕਲੀਅਰ ਕਰਨਗੇ ਕਿ ਆਖਿਰਕਾਰ ਤੁਸੀਂ ਕਿਵੇਂ ਬਾਹਰ ਜਾ ਸਕਦੇ ਹੋ ਤੇ ਪ੍ਰੋਸੈਸ ਕੀ ਰਹੇਗਾ, ਕੀ ਪ੍ਰੋਬਲਮਸ ਵੀ ਤੁਹਾਨੂੰ ਜ਼ਰੂਰ ਦੱਸਣਗੇ ਕਿ ਕੀ ਆ ਸਕਦੀਆਂ ਨੇ ਤੇ ਉਸ ਤੋਂ ਇਲਾਵਾ ਕਿਵੇਂ ਤੁਸੀਂ ਬਾਹਰ ਜਾ ਸਕਦੇ ਹੋ। ਬੇਸ਼ੱਕ ਤੁਹਾਡੇ ਮਾਪੇ ਵੀ ਫਿਕਰ ਕਰਦੇ ਨੇ ਕਿ ਬੱਚਿਆਂ ਨੂੰ ਬਾਹਰ ਭੇਜਣਾ ਤਾਂ ਕਿਸ ਦੇ ਥਰੂ ਭੇਜੀਏ, ਕਿਵੇਂ ਭੇਜੀਏ, ਤਾਂ ਬੇਸ਼ੱਕ ਤੁਸੀਂ ਗਲੋਬਲ ਪ੍ਰੈਜ਼ੈਂਸ ਜਾ ਕੇ ਵਿਜ਼ਿਟ ਕਰੋ ਤੇ ਉੱਥੇ ਜਾ ਕੇ ਆਪਣੇ ਮਾਈਂਡਸ ਨੇ, ਡਾਊਟਸ ਨੇ ਜੋ ਵੀ ਉਹ ਜਾ ਕੇ ਕਲੀਅਰ ਕਰ ਸਕਦੇ ਹੋ। ਹੋਰ ਨਵੀਆਂ ਤੇ ਤਾਜ਼ਾ ਅਪਡੇਟ ਲਈ ਬਣੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ।